ਮੇਰਾ ਪਤੀ ਰੋਜ਼ ਰਾਤ ਨੂੰ ਮੈਨੂੰ ਨਨਾਣ ਦੇ ਕਮਰੇ ਵਿੱਚ ਭੇਜ ਦਿੰਦਾ। ਕਹਿੰਦਾ ਉਸਦੀ ਕਮਰ ਵਿੱਚ ਦਰਦ ਹੈ, ਉਸਦੀ ਕਮਰ ਦੀ ਮਾਲਿਸ਼ ਕਰ ਦੇ। ਇੱਕ ਰਾਤ ਬੈੱਡ ਹਲਕਾ ਹਲਕਾ ਹਿਲ ਰਿਹਾ ਸੀ। ਮੈਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਮੇਰਾ ਪਤੀ ਨਨਾਣ ਦੇ ਨਾਲ। ਮੇਰਾ ਨਵਾਂ ਵਿਆਹ ਹੋਇਆ ਸੀ। ਹੁਣੇ ਮੇਰੇ ਵਿਆਹ ਨੂੰ ਇੱਕ ਹਫ਼ਤਾ ਮੁਸ਼ਕਲ ਨਾਲ ਹੀ ਹੋਇਆ ਸੀ ਕਿ ਮੇਰਾ ਪਤੀ ਮੈਨੂੰ ਰੋਜ਼ ਰਾਤ ਨੂੰ ਆਪਣੀ ਨਨਾਣ ਦੇ ਕਮਰੇ ਵਿੱਚ ਭੇਜ ਦਿੰਦਾ ਤੇ ਕਹਿੰਦਾ ਉਸਦੀ ਕਮਰ ਦੀ ਮਾਲਿਸ਼ ਕਰੋ, ਉਸਦੀ ਕਮਰ ਵਿੱਚ ਬਹੁਤ ਦਰਦ ਰਹਿੰਦਾ ਹੈ। ਮੇਰੀ ਨਨਾਣ ਅੰਨੀ ਸੀ, ਇਸ ਲਈ ਹਰ ਸਮੇਂ ਆਪਣੇ ਕਮਰੇ ਵਿੱਚ ਹੀ ਪਈ ਰਹਿੰਦੀ ਸੀ। ਰਾਤ ਨੂੰ ਸੌਂਦੇ ਹੋਏ ਉਸਦੇ ਕਮਰੇ ਦੇ ਬਾਹਰ ਤਾਲਾ ਲਗਾ ਦਿੱਤਾ ਜਾਂਦਾ ਸੀ। ਜਦੋਂ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਤੁਸੀਂ ਆਪਣੀ ਭੈਣ ਦੇ ਕਮਰੇ ਨੂੰ ਬਾਹਰ ਤੋਂ ਤਾਲਾ ਕਿਉਂ ਲਗਾ ਕੇ ਰੱਖਦੇ ਹੋ, ਤਾਂ ਪਤੀ ਨੇ ਕਿਹਾ ਕਿ ਉਹ ਅੱਖਾਂ ਤੋਂ ਅੰਨੀ ਹੈ ਤੇ ਦੇਖ ਨਹੀਂ ਸਕਦੀ ਤੇ ਉਸ ਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਹੈ ਤੇ ਮੈਨੂੰ ਇਹ ਡਰ ਹੈ ਕਿ ਕਿਤੇ ਉਹ ਰਾਤ ਦੇ ਹਨੇਰੇ ਵਿੱਚ ਨੀਂਦ ਵਿੱਚ ਚੱਲਦੀ ਹੋਈ ਕਿਤੇ ਬਾਹਰ ਨਾ ਨਿਕਲ ਜਾਵੇ। ਇਸ ਵਜ੍ਹਾ ਨਾਲ ਰਾਤ ਨੂੰ ਸੌਂਦੇ ਸਮੇਂ ਕਮਰੇ ਦੇ ਬਾਹਰ ਤਾਲਾ ਲਗਾ ਦਿੰਦਾ ਹਾਂ। ਇਹ ਗੱਲ ਮੇਰੇ ਲਈ ਬਹੁਤ ਹੈਰਾਨ ਕਰਨ ਵਾਲੀ ਸੀ, ਪਰ ਸੱਚ ਇਹ ਸੀ ਕਿ ਅਕਸਰ ਲੋਕਾਂ ਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਹੁੰਦੀ ਹੈ। ਇਸ ਹਕੀਕਤ ਤੋਂ ਮੈਂ ਨਜ਼ਰਾਂ ਨਹੀਂ ਚੁਰਾ ਸਕਦੀ ਸੀ, ਪਰ ਹੁਣ ਜਦੋਂ ਮੈਂ ਆਪਣੀ ਨਨਾਣ ਦੇ ਕਮਰੇ ਵਿੱਚ ਮਾਲਿਸ਼ ਕਰਨ ਜਾਂਦੀ ਸੀ ਤਾਂ ਉਸ ਦੀ ਮਾਲਿਸ਼ ਕਰਦੇ ਕਰਦੇ ਮੈਨੂੰ ਉੱਥੇ ਹੀ ਨੀਂਦ ਆ ਜਾਂਦੀ ਤੇ ਮੈਂ ਉੱਥੇ ਹੀ ਸੋ ਜਾਂਦੀ। ਇਸ ਲਈ ਮੇਰੇ ਪਤੀ ਕਮਰੇ ਨੂੰ ਬਾਹਰ ਤੋਂ ਤਾਲਾ ਨਹੀਂ ਲਗਾਉਂਦੇ ਸੀ। ਸ਼ਾਇਦ ਉਹ ਸੋਚਦੇ ਸੀ ਕਿ ਮੈਂ ਆਪਣੀ ਨਨਾਣ ਦੇ ਨਾਲ ਹਾਂ, ਉਸ ਦਾ ਖਿਆਲ ਰੱਖ ਸਕਦੀ ਹਾਂ, ਇਸ ਲਈ ਉਹ ਕਮਰੇ ਦੇ ਦਰਵਾਜ਼ੇ ਨੂੰ ਤਾਲਾ ਨਹੀਂ ਲਗਾਉਂਦੇ ਸੀ। ਪਰ ਮੈਨੂੰ ਸਮਝ ਨਹੀਂ ਆਉਂਦਾ ਸੀ। ਮੈਂ ਤਾਂ ਤੇਲ ਲਗਾਉਂਦੇ ਹੀ ਬਿਲਕੁਲ ਬੇਫਿਕਰ ਹੋ ਕੇ ਉੱਥੇ ਹੀ ਸੋ ਜਾਂਦੀ ਸੀ ਤੇ ਹਰ ਰੋਜ਼ ਮੈਂ ਖੁਦ ਇਹ ਸੋਚਦੀ ਸੀ ਕਿ ਮੈਂ ਇੱਥੇ ਨਹੀਂ ਸੋਵਾਂਗੀ ਕਿਉਂਕਿ ਮੇਰਾ ਪਤੀ ਮੇਰਾ ਇੰਤਜ਼ਾਰ ਕਰਦਾ ਹੋਵੇਗਾ। ਪਰ ਮੈਨੂੰ ਪਤਾ ਹੀ ਨਹੀਂ ਚੱਲਦਾ ਸੀ ਮੈਂ ਇੰਨੀ ਜਲਦੀ ਸੋ ਜਾਂਦੀ ਸੀ। ਮੈਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ। ਜਦੋਂ ਮੇਰੀ ਅੱਖ ਖੁੱਲ੍ਹਦੀ ਸੀ ਤਾਂ ਸਵੇਰ ਦਾ ਸਮਾਂ ਹੋ ਰਿਹਾ ਹੁੰਦਾ ਸੀ ਤੇ ਮੈਂ ਆਪਣੇ ਪਤੀ ਤੋਂ ਮਾਫੀ ਮੰਗਦੀ ਤਾਂ ਉਹ ਮੇਰੇ ਨਾਲ ਨਾਰਾਜ਼ ਹੀ ਨਹੀਂ ਹੁੰਦਾ ਸੀ ਤੇ ਬੋਲਦਾ ਕਿ ਤੂੰ ਮੇਰੀ ਭੈਣ ਦਾ ਇੰਨਾ ਖਿਆਲ ਰੱਖਦੀ ਹੈ ਤੇ ਸਾਰਾ ਦਿਨ ਘਰ ਦੇ ਕੰਮ ਕਰਕੇ ਥੱਕ ਜਾਂਦੀ ਹੈ, ਉੱਪਰ ਤੋਂ ਮੇਰੀ ਭੈਣ ਦੀ ਮਾਲਿਸ਼ ਵੀ ਕਰਦੀ ਹੈ, ਤਾਂ ਇਸ ਲਈ ਤਾਂ ਮੈਨੂੰ ਸ਼ਾਇਦ ਥਕਾਨ ਕਰਕੇ ਉੱਥੇ ਹੀ ਨੀਂਦ ਆ ਜਾਂਦੀ ਹੈ। ਇਸ ਵਿੱਚ ਤਾਂ ਨਾਰਾਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਮੈਂ ਬਹੁਤ ਖੁਸ਼ ਹੁੰਦੀ ਸੀ, ਮੈਨੂੰ ਇੰਨਾ ਚੰਗਾ ਪਤੀ ਮਿਲਿਆ ਸੀ, ਪਰ ਫਿਰ ਵੀ ਮੈਂ ਜ਼ਿਆਦਾ ਸਮਾਂ ਆਪਣੇ ਪਤੀ ਦੇ ਨਾਲ ਰਹਿਣਾ ਚਾਹੁੰਦੀ ਸੀ। ਮੈਂ ਉਸ ਸਭ ਦੇ ਦੌਰਾਨ ਇੱਕ ਗੱਲ ਇਹ ਨੋਟ ਕੀਤੀ ਕਿ ਮੈਂ ਦੂਜੇ ਕਮਰੇ ਵਿੱਚ ਹੋਣ ਦੇ ਬਾਵਜੂਦ ਆਪਣੇ ਕਮਰੇ ਦੇ ਮੁਕਾਬਲੇ ਬਹੁਤ ਜਲਦੀ ਸੋ ਜਾਂਦੀ ਸੀ। ਮੈਂ ਜਿਵੇਂ ਹੀ ਉਸ ਦੀ ਕਮਰ ਦੀ ਮਾਲਿਸ਼ ਸ਼ੁਰੂ ਕਰਦੀ ਮੈਨੂੰ ਨੀਂਦ ਦਾ ਇੱਕ ਅਲੱਗ ਹੀ ਨਸ਼ਾ ਛਾ ਜਾਂਦਾ ਸੀ ਤੇ ਮੈਂ ਚੰਦ ਮਿੰਟਾਂ ਵਿੱਚ ਹੀ ਨੀਂਦ ਦੀਆਂ ਵਾਦੀਆਂ ਵਿੱਚ ਖੋ ਜਾਂਦੀ ਸੀ ਤੇ ਮੈਨੂੰ ਬਿਲਕੁਲ ਵੀ ਆਲੇ ਦੁਆਲੇ ਦਾ ਹੋਸ਼ ਨਹੀਂ ਰਹਿੰਦਾ ਸੀ। ਮੈਨੂੰ ਨਹੀਂ ਪਤਾ ਸੀ ਜਿਸ ਤੇਲ ਨਾਲ ਮੈਂ ਮਾਲਿਸ਼ ਕਰਦੀ ਹਾਂ ਉਹ ਤੇਲ ਹਰ ਰੋਜ਼ ਮੇਰੀ ਨਨਾਣ ਦੇ ਸਾਈਡ ਵਾਲੇ ਟੇਬਲ ਤੇ ਕਿਵੇਂ ਮੌਜੂਦ ਹੁੰਦਾ ਸੀ। ਮੈਂ ਇੱਕ ਦੋ ਵਾਰ ਆਪਣੀ ਨਨਾਣ ਨੂੰ ਪੁੱਛਿਆ ਵੀ, ਪਰ ਉਸਨੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ। ਉਸ ਦੇ ਬਾਅਦ ਮੈਂ ਚੁੱਪ ਹੋ ਗਈ। ਫਿਰ ਖਿਆਲ ਆਇਆ ਕਿ ਸ਼ਾਇਦ ਰਾਹੁਲ ਇਹ ਤੇਲ ਇੱਥੇ ਰੱਖ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਆਪਣੀ ਭੈਣ ਦੀ ਬਹੁਤ ਚਿੰਤਾ ਰਹਿੰਦੀ ਸੀ। ਇੱਕ ਰੋਜ਼ ਮੈਂ ਜਿਸ ਸਮੇਂ ਨਨਾਣ ਦੇ ਕਮਰੇ ਵਿੱਚ ਜਾਂਦੀ ਸੀ ਤਾਂ ਉਸ ਸਮੇਂ ਤੋਂ ਥੋੜਾ ਪਹਿਲਾਂ ਹੀ ਆ ਗਈ। ਮੈਂ ਕਮਰੇ ਵਿੱਚ ਦਾਖਲ ਹੋਈ ਤਾਂ ਮੇਰੀ ਨਨਾਣ ਦੀ ਪਿੱਠ ਮੇਰੇ ਵੱਲ ਸੀ। ਉਹ ਸਾਈਡ ਟੇਬਲ ਤੇ ਰੱਖੇ ਤੇਲ ਨਾਲ ਕੁਝ ਕਰ ਰਹੀ ਸੀ, ਪਰ ਜਿਵੇਂ ਹੀ ਉਸ ਨੂੰ ਮੇਰੀ ਆਹਟ ਮਹਿਸੂਸ ਹੋਈ ਉਸ ਦੇ ਹੱਥ ਇੱਕਦਮ ਹੀ ਰੁਕ ਗਏ ਤੇ ਉਹ ਹੱਥ ਪੈਰ ਮਾਰ ਲੱਗੀ। ਮੈਂ ਉਸ ਨੂੰ ਇਹ ਕਰਦਾ ਦੇਖ ਇੱਕਦਮ ਨਾਲ ਚੌਂਕ ਗਈ। ਪਰ ਅਜੇ ਲੋਕਾਂ ਦੀ ਸੋਚ ਜ਼ਿਆਦਾ ਤੇਜ਼ ਹੁੰਦੀ ਹੈ। ਉਹ ਲੋਕਾਂ ਦੀਆਂ ਸਾਹਾਂ ਨਾਲ ਉਹਨਾਂ ਦੇ ਕਦਮਾਂ ਤੋਂ ਹੀ ਪਛਾਣ ਲੈਂਦੇ ਹਨ ਕਿ ਉਹਨਾਂ ਦੇ ਕਮਰੇ ਵਿੱਚ ਕੋਈ ਹੋਰ ਵੀ ਹੈ ਤੇ ਇਹੀ ਉਸ ਦੇ ਨਾਲ ਹੋਇਆ ਤੇ ਉਹ ਹੱਥ ਪੈਰ ਮਾਰਦੇ ਹੋਏ ਬੈੱਡ ਤੇ ਬੈਠ ਗਈ। ਪਰ ਮੇਰੀ ਸੋਚ ਮੈਨੂੰ ਕੁਝ ਗਲਤ ਹੋਣ ਦਾ ਇਸ਼ਾਰਾ ਦੇ ਰਹੀ ਸੀ। ਮੈਂ ਸ਼ੱਕ ਦੀ ਨਜ਼ਰ ਨਾਲ ਉਸ ਟੇਬਲ ਤੇ ਰੱਖੇ ਤੇਲ ਤੇ ਬੈੱਡ ਤੇ ਬੈਠੀ ਆਪਣੀ ਅੰਨੀ ਨਨਾਣ ਨੂੰ ਦੇਖਿਆ ਤੇ ਖਾਮੋਸ਼ੀ ਨਾਲ ਤੇਲ ਉਠਾ ਕੇ ਉਸ ਦੀ ਮਾਲਿਸ਼ ਕਰਨ ਲੱਗੀ ਤੇ ਥੋੜੀ ਦੇਰ ਵਿੱਚ ਹੀ ਮੈਨੂੰ ਨੀਂਦ ਦਾ ਅਜਿਹਾ ਨਸ਼ਾ ਛਾਉਣ ਲੱਗਿਆ, ਮੈਨੂੰ ਕਿਸੇ ਚੀਜ਼ ਦਾ ਹੋਸ਼ ਹੀ ਨਹੀਂ ਰਿਹਾ ਤੇ ਮੈਂ ਤੁਰੰਤ ਹੀ ਉਸ ਦੇ ਬਰਾਬਰ ਵਿੱਚ ਲੇਟ ਕੇ ਸੋ ਗਈ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ। ਰੋਜ਼ ਟੇਬਲ ਤੇ ਤੇਲ ਆ ਜਾਣਾ, ਮੇਰਾ ਰਾਤ ਨੂੰ ਇੱਕਦਮ ਨਾਲ ਤੇਲ ਲਗਾਉਂਦੇ ਹੀ ਸੋ ਜਾਣਾ, ਫਿਰ ਸਵੇਰੇ ਹੀ ਹੋਸ਼ ਦੀ ਦੁਨੀਆ ਵਿੱਚ ਵਾਪਸ ਆਉਣਾ, ਇਹ ਸਭ ਮੇਰੇ ਲਈ ਤਾਜੁਬ ਦੀ ਗੱਲ ਸੀ। ਮੈਨੂੰ ਆਪਣੀ ਨਨਾਣ ਨਾਲ ਬਹੁਤ ਹਮਦਰਦੀ ਸੀ, ਪਰ ਹੁਣ ਮੈਨੂੰ ਸਭ ਕੁਝ ਠੀਕ ਨਹੀਂ ਲੱਗ ਰਿਹਾ ਸੀ। ਮੈਨੂੰ ਕੋਮਲ ਤੇ ਸ਼ੱਕ ਹੋ ਰਿਹਾ ਸੀ ਕਿ ਉਹ ਅੰਨੀ ਨਹੀਂ ਹੈ। ਮੇਰੇ ਤੋਂ ਇਹ ਘਰ ਵਾਲੇ ਕੁਝ ਲੁਕਾ ਰਹੇ ਹਨ, ਮੇਰਾ ਪਤੀ ਵੀ ਤੇ ਮੇਰੀ ਸੱਸ ਵੀ ਤੇ ਮੇਰੀ ਨਨਾਣ ਵੀ। ਮੈਂ ਅੱਜ ਸੋਚਿਆ ਕਿ ਮੈਂ ਅੱਜ ਸਭ ਜਾਣ ਕੇ ਰਹੂੰਗੀ। ਮੈਂ ਦਿਨ ਵਿੱਚ ਹੀ ਦਿਮਾਗ ਵਿੱਚ ਪੂਰਾ ਪਲਾਨ ਤਿਆਰ ਕਰ ਲਿਆ ਸੀ ਕਿ
ਰਾਤ ਨੂੰ ਜਿਵੇਂ ਹੀ ਮੈਂ ਇਸ ਦੇ ਕਮਰੇ ਵਿੱਚ ਜਾਊਂਗੀ, ਉਹ ਤੇਲ ਬਦਲ ਦੇਵਾਂਗੀ। ਮੇਰਾ ਪਲਾਨ ਪੂਰਾ ਤਿਆਰ ਸੀ। ਹੁਣ ਮੈਨੂੰ ਇਸ ਨੂੰ ਪੂਰਾ ਕਰਨਾ ਸੀ। ਮੈਨੂੰ ਰਾਤ ਦਾ ਬਹੁਤ ਬੇਚੈਨੀ ਨਾਲ ਇੰਤਜ਼ਾਰ ਸੀ। ਜਿਵੇਂ ਹੀ ਰਾਤ ਹੋਈ, ਮੈਂ ਉਸ ਦੇ ਕਮਰੇ ਵਿੱਚ ਦਾਖਲ ਹੋਈ। ਉਹ ਸਾਹਮਣੇ ਉੱਦਾਂ ਹੀ ਹਰਕਤ ਵਿੱਚ ਬੈਠੀ ਹੋਈ ਸੀ। ਮੈਂ ਆਪਣਾ ਰੋਜ਼ ਵਾਲਾ ਵਰਤਾਓ ਕੀਤਾ ਤੇ ਤੇਲ ਨੂੰ ਹੱਥ ਵਿੱਚ ਲਿਆ। ਉਸਨੇ ਰੋਜ਼ ਦੀ ਤਰ੍ਹਾਂ ਹੀ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਚੁੱਪਚਾਪ ਉਲਟੀ ਲੇਟ ਗਈ। ਪਰ ਅੱਜ ਮੈਨੂੰ ਤੇਲ ਲਗਾਉਣਾ ਨਹੀਂ ਬਲਕਿ ਡਿਗਾਉਣਾ ਸੀ ਤੇ ਮੈਂ ਆਪਣੇ ਪਲਾਨ ਦੇ ਮੁਤਾਬਿਕ ਥੋੜਾ ਜਿਹਾ ਤੇਲ ਉਸ ਦੀ ਕਮੀਜ਼ ਤੇ ਸੁੱਟ ਦਿੱਤਾ, ਜਿਸ ਦੇ ਮੁਤਾਬਿਕ ਉਹ ਤੁਰੰਤ ਉੱਠੀ ਤੇ ਮੈਂ ਨਾਟਕ ਕਰਦੇ ਹੋਏ ਮਾਫੀ ਮੰਗਣ ਲੱਗੀ ਤੇ ਉਸ ਨੂੰ ਫੜ ਕੇ ਬਾਥਰੂਮ ਵੱਲ ਲੈ ਗਈ। ਉਸ ਦੇ ਬਾਥਰੂਮ ਵਿੱਚ ਜਾਂਦੇ ਹੀ ਮੈਂ ਤੁਰੰਤ ਇਹ ਬੋਲ ਕੇ ਬਾਹਰ ਆ ਗਈ ਕਿ ਮੇਰਾ ਦੁਪੱਟਾ ਬਾਹਰ ਰਹਿ ਗਿਆ ਹੈ, ਮੈਂ ਲੈ ਕੇ ਆਉਂਦੀ ਹਾਂ। ਤੇ ਬਾਹਰ ਆਉਂਦੇ ਹੀ ਮੈਂ ਉਸ ਤੇਲ ਨੂੰ ਆਪਣੇ ਨਾਲ ਲਿਆਏ ਹੋਏ ਤੇਲ ਨਾਲ ਬਦਲ ਦਿੱਤਾ ਤੇ ਜਲਦੀ ਨਾਲ ਬਾਥਰੂਮ ਵਿੱਚ ਦਾਖਲ ਹੋ ਗਈ। ਮੈਂ ਇਹ ਤੇਲ ਕੁਝ ਸਕਿੰਟ ਵਿੱਚ ਹੀ ਬਦਲ ਦਿੱਤਾ ਸੀ ਤੇ ਬਿਲਕੁਲ ਪਲਾਨ ਦੇ ਮੁਤਾਬਿਕ ਇਸ ਤੇਲ ਨੂੰ ਸਾਫ਼ ਕਰਕੇ ਕਮਰੇ ਵਿੱਚ ਲੈ ਆਈ ਤੇ ਰੋਜ਼ ਦੀ ਤਰ੍ਹਾਂ ਹੀ ਉਸ ਦੀ ਕਮਰ ਦੀ ਮਾਲਿਸ਼ ਕਰਨ ਲੱਗੀ। ਤੇ ਹਰ ਵਾਰ ਦੀ ਤਰ੍ਹਾਂ ਜਿਵੇਂ ਮੈਨੂੰ ਨੀਂਦ ਆ ਰਹੀ ਹੁੰਦੀ ਸੀ, ਅੱਜ ਅਜਿਹਾ ਕੁਝ ਨਹੀਂ ਹੋ ਰਿਹਾ ਸੀ। ਮੈਨੂੰ ਹੌਲੀ-ਹੌਲੀ ਉਹ ਸਭ ਕੁਝ ਸਮਝ ਆਉਣ ਲੱਗਿਆ ਸੀ। ਪਰ ਮੈਂ ਰੋਜ਼ ਦੀ ਤਰ੍ਹਾਂ ਹੀ ਨੀਂਦ ਦਾ ਨਾਟਕ ਕੀਤਾ ਤੇ ਉਸ ਦੇ ਬਰਾਬਰ ਜਾ ਕੇ ਲੇਟ ਗਈ। ਮੈਂ ਬਿਲਕੁਲ ਏਦਾਂ ਲੇਟੀ ਹੋਈ ਸੀ ਕਿ ਉਸ ਨੂੰ ਅੰਦਾਜ਼ਾ ਨਾ ਹੋਵੇ ਕਿ ਮੈਂ ਜਾਗ ਰਹੀ ਹਾਂ। ਜਦੋਂ ਕਿ ਮੈਂ ਹਲਕੀ ਅੱਖਾਂ ਖੋਲ੍ਹ ਕੇ ਉਸ ਨੂੰ ਦੇਖਣ ਵਿੱਚ ਮਸਤ ਸੀ। ਉਹ ਬਿਲਕੁਲ ਖਾਮੋਸ਼ੀ ਨਾਲ ਉਲਟੀ ਲੇਟੀ ਹੋਈ ਸੀ ਤੇ ਕੋਈ ਹਰਕਤ ਨਹੀਂ ਕਰ ਰਹੀ ਸੀ, ਜਿਸ ਨਾਲ ਮੈਨੂੰ ਉਸ ਤੇ ਸ਼ੱਕ ਹੁੰਦਾ। ਮੈਂ ਹੋਰ ਥੋੜੀ ਦੇਰ ਉਸ ਦੀ ਕਿਸੇ ਹਰਕਤ ਦਾ ਇੰਤਜ਼ਾਰ ਕੀਤਾ, ਪਰ ਉਹ ਤਾਂ ਬਿਲਕੁਲ ਉੱਦਾਂ ਹੀ ਰਹੀ ਜਿਵੇਂ ਉਹ ਸੀ। ਤਾਂ ਮੈਨੂੰ ਆਪਣੇ ਕਿੱਤੇ ਤੇ ਬਹੁਤ ਅਫਸੋਸ ਹੋਇਆ ਕਿ ਮੈਂ ਆਪਣੇ ਸ਼ੱਕ ਦੀ ਖਾਤਰ ਆਪਣੀ ਨਨਾਣ ਨੂੰ ਤਕਲੀਫ ਦਿੱਤੀ ਤੇ ਇਸ ਵਿਚਾਰੀ ਤੇ ਸ਼ੱਕ ਕੀਤਾ। ਮੇਰਾ ਦਿਲ ਮੈਨੂੰ ਸ਼ਰਮਿੰਦਾ ਕਰ ਰਿਹਾ ਸੀ ਤੇ ਮੈਂ ਆਪਣੇ ਰੱਬ ਤੋਂ ਇਸ ਚੀਜ਼ ਲਈ ਅੰਦਰੋਂ ਅੰਦਰ ਮਾਫੀ ਮੰਗ ਰਹੀ ਸੀ ਤੇ ਕਰਵਟ ਬਦਲ ਕੇ ਲੇਟ ਗਈ। ਮੈਨੂੰ ਥੋੜੀ ਹੀ ਦੇਰ ਹੋਈ ਹੋਵੇਗੀ ਕਰਵਟ ਬਦਲੇ। ਮੈਨੂੰ ਜਿਵੇਂ ਮਹਿਸੂਸ ਹੋਇਆ ਬੈੱਡ ਤੇ ਕੁਝ ਹਰਕਤ ਹੋਈ ਹੈ। ਮੈਂ ਹਲਕੀ ਜਿਹੀ ਕਰਵਟ ਲੈ ਕੇ ਦੂਜੇ ਪਾਸੇ ਦੇਖਿਆ ਤਾਂ ਮੇਰੀ ਨਨਾਣ ਮੇਰੇ ਵੱਲ ਪਿੱਠ ਕਰਕੇ ਬੈਠੀ ਹੋਈ ਸੀ। ਮੇਰਾ ਦਿਲ ਧੱਕ ਕੇ ਰਹਿ ਗਿਆ। ਜਿਸ ਗੱਲ ਦਾ ਮੈਨੂੰ ਡਰ ਸੀ, ਜਿਸ ਚੀਜ਼ ਦਾ ਮੈਨੂੰ ਸ਼ੱਕ ਸੀ, ਉਹ ਸਹੀ ਸਾਬਤ ਹੋ ਰਿਹਾ ਸੀ। ਉਹ ਬਿਲਕੁਲ ਆਰਾਮ ਨਾਲ ਖੜੀ ਹੋਈ ਤੇ ਸਿੱਧਾ ਬਾਥਰੂਮ ਗਈ। ਮੇਰੀਆਂ ਅੱਖਾਂ ਹੈਰਾਨੀ ਨਾਲ ਫਟ ਰਹੀਆਂ ਸਨ। ਜੋ ਕੁੜੀ ਬਿਨਾਂ ਕਿਸੇ ਹੋਰ ਦੀ ਮਦਦ ਦੇ ਦੂਜੀ ਜਗ੍ਹਾ ਬੈਠ ਨਹੀਂ ਸਕਦੀ ਸੀ, ਉਹ ਬਿਲਕੁਲ ਆਰਾਮ ਨਾਲ ਆਮ ਇਨਸਾਨਾਂ ਦੀ ਤਰ੍ਹਾਂ ਬਾਥਰੂਮ ਜਾ ਰਹੀ ਸੀ। ਮੈਂ ਆਪਣੀ ਜਗ੍ਹਾ ਤੋਂ ਹਿਲ ਵੀ ਨਹੀਂ ਪਾ ਰਹੀ ਸੀ। ਮੇਰੇ ਵਿੱਚ ਤਾਂ ਹੁਣ ਇੰਨੀ ਤਾਕਤ ਵੀ ਨਹੀਂ ਰਹੀ ਸੀ ਕਿ ਮੈਂ ਉੱਠ ਕੇ ਇਸ ਨੂੰ ਇਹ ਸਵਾਲ ਕਰ ਲਵਾਂ। ਮੈਂ ਖਾਮੋਸ਼ੀ ਨਾਲ ਲੇਟੀ ਉਸ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਉਹ ਬਿਲਕੁਲ ਆਮ ਲੋਕਾਂ ਦੀ ਤਰ੍ਹਾਂ ਥੋੜੀ ਦੇਰ ਵਿੱਚ ਬਾਹਰ ਆਉਂਦੀ ਨਜ਼ਰ ਆਈ ਤੇ ਸ਼ੀਸ਼ੇ ਤੇ ਖੜੀ ਹੋ ਕੇ ਆਪਣੇ ਚਿਹਰੇ ਤੇ ਮੇਕਅਪ ਕਰਨ ਲੱਗੀ। ਮੇਰੇ ਲਈ ਇਹ ਸਭ ਸਾਹ ਰੋਕ ਦੇਣ ਵਾਲਾ ਕਾਰਨਾਮਾ ਸੀ। ਜਿਸ ਨਨਾਣ ਨੂੰ ਮੈਂ ਬਿਨਾਂ ਕਿਸੇ ਮਦਦ ਦੇ ਕੋਈ ਕੰਮ ਕਰਦੇ ਨਹੀਂ ਦੇਖਿਆ ਸੀ, ਉਹ ਬਿਲਕੁਲ ਸਾਡੀ ਤਰ੍ਹਾਂ ਆਮ ਲੋਕਾਂ ਦੀ ਤਰ੍ਹਾਂ ਜਿਨ੍ਹਾਂ ਦੇ ਕੋਲ ਅੱਖਾਂ ਦੀ ਰੋਸ਼ਨੀ ਹੁੰਦੀ ਹੈ ਸਾਰੇ ਕੰਮ ਕਰ ਰਹੀ ਸੀ। ਉਹ ਕਦਮ ਚੱਲ ਕੇ ਮੇਰੇ ਕੋਲ ਆਈ ਤੇ ਝੁੱਕ ਕੇ ਮੇਰੇ ਵੱਲ ਦੇਖਣ ਲੱਗੀ। ਉਸਨੇ ਚੰਗੀ ਤਰ੍ਹਾਂ ਨਾਲ ਹੱਥ ਹਿਲਾ ਕੇ ਮੇਰੇ ਮੂੰਹ ਨੂੰ ਚੈੱਕ ਕੀਤਾ ਕਿ ਮੈਂ ਜਾਗ ਤਾਂ ਨਹੀਂ ਰਹੀ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਮੈਂ ਪੂਰੇ ਤੌਰ ਤੇ ਸੋ ਚੁੱਕੀ ਹਾਂ ਤਾਂ ਉਸਨੇ ਮੇਰੇ ਨਾਲ ਉਹ ਕੀਤਾ ਜੋ ਦੇਖ ਕੇ ਮੇਰੀਆਂ ਅੱਖਾਂ ਪਥਰਾ ਗਈਆਂ ਤੇ ਮੇਰੇ ਹੋਸ਼ ਉੱਡ ਗਏ। ਮੇਰੀ ਮਾਂ ਨੇ ਮੈਨੂੰ ਵਿਆਹ ਸਮੇਂ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਜੇ ਤੂੰ ਆਪਣੀ ਸ਼ਾਦੀशुदा ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੀ ਹੈ ਤਾਂ ਆਪਣੇ ਸਹੁਰੇ ਵਾਲਿਆਂ ਨੂੰ ਵੀ ਤੈਨੂੰ ਅਹਿਮੀਅਤ ਦੇਣੀ ਹੋਵੇਗੀ। ਮਾਂ ਦਾ ਕਹਿਣਾ ਸੀ ਕਿ ਸੱਸ ਮਾਂ ਵਰਗੀ ਹੁੰਦੀ ਹੈ ਤੇ ਸਹੁਰਾ ਬਾਪ ਜਿਵੇਂ ਨਨਾਣ ਤੇ ਦਿਓਰ ਭੈਣ ਭਾਈ ਹੁੰਦੇ ਹਨ। ਮੈਂ ਵੈਸੇ ਹੀ ਬਹੁਤ ਰਹਿਮਦਿਲ ਸੀ, ਸਭ ਦਾ ਖਿਆਲ ਰੱਖਦੀ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਕਿਉਂਕਿ ਮੈਂ ਆਪਣੇ ਸਹੁਰੇ ਵਾਲਿਆਂ ਨੂੰ ਖੁਦ ਤੋਂ ਵੱਧ ਕੇ ਸਮਝਦੀ ਸੀ, ਜਿਸ ਵਜ੍ਹਾ ਨਾਲ ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਉਸ ਸਮੇਂ ਬਹੁਤ ਖੁਸ਼ ਨਸੀਬ ਮਹਿਸੂਸ ਕਰ ਰਹੀ ਸੀ, ਪਰ ਮੇਰੀ ਇਸ ਗੱਲ ਨੂੰ ਮੇਰੇ ਪਤੀ ਤੇ ਨਨਾਣ ਨੇ ਆਪਣਾ ਫਾਇਦਾ ਬਣਾ ਲਿਆ ਸੀ। ਜਦੋਂ ਮੈਂ ਵਿਆਹ ਕਰਾ ਕੇ ਇਸ ਘਰ ਵਿੱਚ ਆਈ ਤਾਂ ਮੇਰੀ ਇੱਕ ਨਨਾਣ ਅੰਨੀ ਸੀ। ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ। ਉਸ ਦੇ ਸਾਰੇ ਕੰਮ ਕੋਈ ਨਾ ਕੋਈ ਕਰ ਦਿੰਦਾ ਸੀ। ਮੈਨੂੰ ਉਸ ਵਿਚਾਰੀ ਤੇ ਬਹੁਤ ਤਰਸ ਆਉਂਦਾ ਸੀ। ਉਹ ਜਿੰਦਾ ਹੋ ਕੇ ਵੀ ਜਿਉਂਦਾ ਨਹੀਂ ਸੀ। ਉਹ ਇਸ ਦੁਨੀਆ ਦੇ ਹਸੀਨ ਮੰਜ਼ਰ ਤੇ ਖੂਬਸੂਰਤ ਰੰਗ ਦੇਖ ਨਹੀਂ ਸਕਦੀ ਸੀ। ਮੈਂ ਇਹਨਾਂ ਚੀਜ਼ਾਂ ਨੂੰ ਲੈ ਕੇ ਅੰਦਰੋਂ ਅੰਦਰ ਬਹੁਤ ਸੋਚਣ ਲੱਗੀ ਸੀ। ਕਈ ਵਾਰ ਤਾਂ ਮੈਂ ਘੰਟਾ ਇਸ ਬਾਰੇ ਸੋਚਦੀ ਸੀ ਕਿ ਵਿਚਾਰੀ ਕਿਵੇਂ ਇਸ ਦੁਨੀਆ ਵਿੱਚ ਜੀ ਪਾਵੇਗੀ। ਮੈਨੂੰ ਉਸ ਦੇ ਭਵਿੱਖ ਦੀ ਚਿੰਤਾ ਹੋਣ ਲੱਗੀ ਸੀ। ਕੀ ਇਹ ਵਿਚਾਰੀ ਸਾਰੀ ਜ਼ਿੰਦਗੀ ਬਿਨਾਂ ਵਿਆਹ ਦੇ ਗੁਜ਼ਾਰ ਦੇਵੇਗੀ? ਮੈਂ ਇਸ ਬਾਰੇ ਆਪਣੇ ਪਤੀ ਨਾਲ ਗੱਲ ਕਰਦੀ ਸੀ, ਪਰ ਉਹਨਾਂ ਨੇ ਵੀ ਮੇਰੀ ਸਾਰੀ ਗੱਲ ਸੁਣਨ ਦੇ ਬਾਅਦ ਇੰਨਾ ਹੀ ਕਿਹਾ ਸੀ ਕਿ ਜ਼ਿਆਦਾ ਪਰੇਸ਼ਾਨ ਨਾ ਹੋ, ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ। ਉਹਨਾਂ ਦੀ ਗੱਲ ਸੁਣ ਕੇ ਮੈਂ ਖਾਮੋਸ਼ ਹੋ ਗਈ ਸੀ।
ਵਿਆਹ ਨੂੰ ਕੁਝ ਦਿਨ ਹੀ ਗੁਜ਼ਰੇ ਹੋਣਗੇ ਕਿ ਅਚਾਨਕ ਮੇਰੇ ਪਤੀ ਨੇ ਮੈਨੂੰ ਰਾਤ ਨੂੰ ਆ ਕੇ ਕਿਹਾ, ਤੂੰ ਕੋਮਲ ਦੇ ਕਮਰੇ ਵਿੱਚ ਜਾ, ਉਸਦੀ ਕਮਰ ਵਿੱਚ ਦਰਦ ਹੋ ਰਿਹਾ ਹੈ, ਉਸਦੀ ਕਮਰ ਦੀ ਮਾਲਿਸ਼ ਕਰ ਦੇ ਤੇ ਰਾਤ ਨੂੰ ਉੱਥੇ ਹੀ ਸੋ ਜਾਣਾ। ਮੈਂ ਜਦੋਂ ਸੌਣ ਲਈ ਲੇਟਣ ਲੱਗੀ, ਇੱਕਦਮ ਹੜਬੜਾਹਟ ਵਿੱਚ ਆਪਣੀ ਜਗ੍ਹਾ ਤੋਂ ਉੱਠੀ ਤੇ ਮੈਂ ਘਬਰਾ ਕੇ ਪੁੱਛਿਆ, ਸਭ ਠੀਕ ਤਾਂ ਹੈ? ਕੀ ਹੋਇਆ ਕੋਮਲ ਨੂੰ? ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੀ ਪਤੀ ਦੀਆਂ ਅੱਖਾਂ ਵਿੱਚ ਨਮੀ ਹੋਵੇ। ਮੈਂ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ ਤੇ ਹੌਸਲਾ ਦੇਣ ਵਾਲੇ ਅੰਦਾਜ਼ ਵਿੱਚ ਬੋਲੀ, ਤੁਸੀਂ ਪਰੇਸ਼ਾਨ ਨਹੀਂ ਹੋਵੋ, ਕਮਰ ਵਿੱਚ ਤਾਂ ਦਰਦ ਹੁੰਦਾ ਰਹਿੰਦਾ ਹੈ, ਮੈਂ ਹੁਣੇ ਕਮਰ ਦੀ ਮਾਲਿਸ਼ ਕਰ ਦਊਂਗੀ ਤਾਂ ਉਹ ਬਿਲਕੁਲ ਠੀਕ ਹੋ ਜਾਵੇਗੀ, ਇੰਨਾ ਜ਼ਿਆਦਾ ਨਾ ਸੋਚੋ। ਮੈਂ ਉਹਨਾਂ ਦੀ ਪਰੇਸ਼ਾਨੀ ਆਪਣੇ ਲਫ਼ਜ਼ਾਂ ਨਾਲ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਹਨਾਂ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਮੈਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ। ਮੈਂ ਵੀ ਕੋਮਲ ਦੇ ਕਮਰੇ ਵਿੱਚ ਗਈ ਜਿੱਥੇ ਉਹ ਖਾਮੋਸ਼ੀ ਨਾਲ ਬੈਠੀ ਹੋਈ ਸੀ। ਮੈਨੂੰ ਇੱਕਦਮ ਹੀ ਅਹਿਸਾਸ ਵਿੱਚ ਘੇਰ ਲਿਆ। ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਉਹ ਉਲਟੀ ਲੇਟ ਗਈ। ਮੈਂ ਬਿਨਾਂ ਕੋਈ ਗੱਲ ਕੀਤੇ ਉਸ ਦੀ ਮਾਲਿਸ਼ ਕਰਨ ਲੱਗੀ ਅਤੇ ਕੁਝ ਹੀ ਪਲਾਂ ਵਿੱਚ ਮੈਨੂੰ ਅਜੇ ਹੀ ਨੀਂਦ ਆਉਣ ਲੱਗੀ। ਮੈਂ ਹੌਲੀ-ਹੌਲੀ ਉਸ ਦੀ ਮਾਲਿਸ਼ ਪੂਰੀ ਕੀਤੀ ਤੇ ਉਸ ਦੇ ਨਾਲ ਹੀ ਲੇਟ ਕੇ ਸੋ ਗਈ। ਮੇਰੀ ਅੱਖ ਸਵੇਰੇ ਹੀ ਖੁੱਲ੍ਹੀ ਜਦੋਂ ਉਹ ਬਾਥਰੂਮ ਜਾਣ ਲਈ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਉਸ ਨੂੰ ਬਾਥਰੂਮ ਲੈ ਕੇ ਗਈ ਤੇ ਬਾਹਰ ਆ ਕੇ ਆਪਣਾ ਕੰਮ ਕਰਨ ਲੱਗੀ। ਦਿਨ ਇੱਦਾਂ ਹੀ ਗੁਜ਼ਰਦੇ ਗਏ ਤੇ ਮੈਂ ਰੋਜ਼ ਆਪਣੀ ਨਨਾਣ ਦੀ ਕਮਰ ਦੀ ਮਾਲਿਸ਼ ਕਰਨ ਲੱਗੀ। ਬਹੁਤ ਦਿਨ ਹੋ ਗਏ ਸੀ ਪਰ ਇਸ ਦਾ ਦਰਦ ਠੀਕ ਨਹੀਂ ਹੋ ਰਿਹਾ ਸੀ ਤੇ ਮੈਨੂੰ ਵੀ ਰਾਤ ਨੂੰ ਆਪਣੇ ਪਤੀ ਦੀ ਯਾਦ ਸਤਾਉਣ ਲੱਗੀ ਸੀ। ਉਸ ਸਮੇਂ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਮੈਂ ਹਰ ਚੀਜ਼ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮੈਂ ਖਾਮੋਸ਼ੀ ਨਾਲ ਹਰ ਚੀਜ਼ ਨੂੰ ਜਾਂਚ ਰਹੀ ਸੀ। ਉਸ ਸਮੇਂ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਇੱਥੇ ਕੁਝ ਵੀ ਸਹੀ ਨਹੀਂ ਹੋ ਰਿਹਾ। ਮੇਰੀ ਸੱਸ, ਮੇਰਾ ਪਤੀ, ਮੇਰੀ ਨਨਾਣ ਸਾਰੇ ਅਜੀਬ ਲੱਗਣ ਲੱਗੇ ਸੀ। ਮੇਰੀ ਸੱਸ ਤੇ ਮੇਰੇ ਪਤੀ ਅਕਸਰ ਗੱਲਾਂ ਕਰਦੇ ਰਹਿੰਦੇ ਪਰ ਜਿਵੇਂ ਹੀ ਮੈਂ ਆਉਂਦੀ ਉਹ ਦੋਵੇਂ ਚੁੱਪ ਹੋ ਜਾਂਦੇ। ਮੈਨੂੰ ਮਹਿਸੂਸ ਹੋਣ ਲੱਗਿਆ ਸੀ ਕਿ ਉਹ ਲੋਕ ਮੇਰੇ ਤੋਂ ਕੁਝ ਛੁਪਾ ਰਹੇ ਹਨ। ਪਰ ਹੁਣ ਮੈਂ ਥੱਕ ਗਈ ਸੀ। ਹੁਣ ਰੋਜ਼ ਮੈਨੂੰ ਨਨਾਣ ਦੀ ਕਮਰ ਦੀ ਮਾਲਿਸ਼ ਕਰਨੀ ਪੈਂਦੀ ਸੀ ਤੇ ਇਸ ਵਜ੍ਹਾ ਨਾਲ ਮੈਂ ਥੱਕ ਕੇ ਉੱਥੇ ਹੀ ਸੋ ਜਾਂਦੀ ਸੀ। ਫਿਰ ਮੈਨੂੰ ਅਜਿਹਾ ਲੱਗਣ ਲੱਗਿਆ ਕਿ ਕੁਝ ਤਾਂ ਗੜਬੜ ਹੈ। ਮੇਰੀ ਨਨਾਣ ਦੀਆਂ ਹਰਕਤਾਂ 2 ਦਿਨਾਂ ਤੋਂ ਮੈਨੂੰ ਕੁਝ ਅਜੀਬ ਲੱਗ ਰਹੀ ਸੀ। ਇਸ ਲਈ ਮੈਂ ਤੇਲ ਬਦਲ ਦਿੱਤਾ, ਇਹ ਦੇਖਣ ਲਈ ਕਿ ਵਾਕਈ ਉਸ ਦੇ ਦਿਲ ਵਿੱਚ ਕੁਝ ਹੈ ਜਾਂ ਸਿਰਫ ਇਹ ਮੇਰਾ ਵਹਿਮ ਹੈ। ਮੈਂ ਇਸ ਗੱਲ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿਉਂਕਿ ਹੋ ਸਕਦਾ ਹੈ ਕਿ ਇਹ ਮੇਰਾ ਵਹਿਮ ਹੋਵੇ। ਜੇ ਮੈਂ ਇਸ ਗੱਲ ਦਾ ਜ਼ਿਕਰ ਆਪਣੇ ਪਤੀ ਨੂੰ ਜਾਂ ਆਪਣੀ ਸੱਸ ਨੂੰ ਕਰਦੀ ਤਾਂ ਮੈਂ ਹੀ ਉਹਨਾਂ ਦੀਆਂ ਨਜ਼ਰਾਂ ਵਿੱਚ ਬੁਰੀ ਬਣ ਜਾਂਦੀ। ਸਭ ਨੂੰ ਇਹ ਲੱਗਦਾ ਕਿ ਮੈਂ ਆਪਣੀ ਮਾਸੂਮ ਨਨਾਣ ਤੇ ਇਲਜ਼ਾਮ ਲਗਾ ਰਹੀ ਹਾਂ। ਇਸ ਲਈ ਇਹ ਸਭ ਕਰਕੇ ਮੈਂ ਸਿਰਫ ਆਪਣੇ ਦਿਮਾਗ ਤੋਂ ਸ਼ੱਕ ਦੂਰ ਕਰਨਾ ਚਾਹੁੰਦੀ ਸੀ। ਪਰ ਜਿਵੇਂ ਹੀ ਮੈਂ ਤੇਲ ਬਦਲ ਦਿੱਤਾ ਤੇ ਸੌਣ ਦਾ ਨਾਟਕ ਕੀਤਾ ਤਾਂ ਹੈਰਾਨ ਰਹਿ ਗਈ। ਉਹ ਕਦਮ ਚੱਲ ਕੇ ਮੇਰੇ ਕੋਲ ਆਈ ਤੇ ਆ ਕੇ ਮੇਰੇ ਵੱਲ ਦੇਖਣ ਲੱਗੀ। ਉਸਨੇ ਹਲਕੇ ਨਾਲ ਹੱਥ ਹਿਲਾ ਕੇ ਮੇਰੇ ਮੂੰਹ ਤੇ ਫਿਰਾਇਆ, ਕਿਤੇ ਮੈਂ ਜਾਗ ਤਾਂ ਨਹੀਂ ਰਹੀ ਹਾਂ। ਜਦੋਂ ਉਸਨੂੰ ਯਕੀਨ ਹੋ ਗਿਆ ਕਿ ਮੈਂ ਸੋ ਚੁੱਕੀ ਹਾਂ ਤਾਂ ਦੂਜੇ ਪਾਸੇ ਗਈ ਤੇ ਸਾਈਡ ਵਾਲੇ ਖਾਨੇ ਵਿੱਚੋਂ ਇੱਕ ਮੋਬਾਈਲ ਫੋਨ ਕੱਢਿਆ ਤੇ ਕਿਸੇ ਦਾ ਨੰਬਰ ਮਿਲਾਉਣ ਲੱਗੀ। ਇਹ ਮੇਰੇ ਲਈ ਇੱਕ ਹੋਰ ਝਟਕੇ ਦੀ ਗੱਲ ਸੀ ਕਿ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਮੋਬਾਈਲ ਵਰਤ ਰਹੀ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਕੋਲ ਮੋਬਾਈਲ ਆਇਆ ਕਿੱਥੋਂ, ਜਦੋਂ ਕਿ ਇਸ ਕੋਲ ਤਾਂ ਕੋਈ ਮੋਬਾਈਲ ਫੋਨ ਸੀ ਹੀ ਨਹੀਂ। ਤੇ ਉਹ ਕਿਸੇ ਮੁੰਡੇ ਨਾਲ ਗੱਲ ਕਰਨ ਲੱਗੀ ਤੇ ਉਸ ਨੂੰ ਬੋਲ ਰਹੀ ਸੀ ਕਿ ਮੇਰੀ ਭਾਬੀ ਬੇਹੋਸ਼ ਹੋ ਗਈ ਹੈ, ਤੂੰ ਹੁਣ ਜਲਦੀ ਨਾਲ ਆ ਜਾ, ਵੈਸੇ ਤੇਰੇ ਤੇਲ ਵਿੱਚ ਕੋਈ ਜਾਦੂ ਹੈ। ਉਸ ਨੂੰ ਲਗਾਉਂਦੇ ਹੀ ਭਾਬੀ ਇੱਕਦਮ ਨਾਲ ਲੁੜਕ ਜਾਂਦੀ ਹੈ। ਹੁਣ ਉਹ ਗਹਿਰੀ ਨੀਂਦ ਵਿੱਚ ਸੋ ਰਹੀ ਹੈ ਤੇ ਮੇਰਾ ਭਾਈ ਵੀ ਸੋ ਰਿਹਾ ਹੈ। ਜਦੋਂ ਤੋਂ ਮੇਰੀ ਭਾਬੀ ਮੇਰੇ ਨਾਲ ਸੌਣ ਲੱਗੀ ਹੈ ਤਾਂ ਭਾਈ ਪਿੱਛੇ ਦਰਵਾਜ਼ੇ ਨੂੰ ਤਾਲਾ ਵੀ ਨਹੀਂ ਲਗਾਉਂਦਾ। ਉਹਨਾਂ ਨੂੰ ਇਹੀ ਲੱਗਦਾ ਹੋਵੇਗਾ ਕਿ ਭਾਬੀ ਮੇਰੀ ਰਖਵਾਲੀ ਕਰਦੀ ਹੈ, ਚੌਕੀਦਾਰੀ ਕਰਦੀ ਹੈ ਤੇ ਸਾਰੀ ਰਾਤ ਉਹ ਜਾਗਦੀ ਹੀ ਹੁੰਦੀ ਹੈ। ਉਹਨਾਂ ਨੂੰ ਕੀ ਪਤਾ ਹੈ ਕਿ ਭਾਬੀ ਤਾਂ ਕਮਰੇ ਵਿੱਚ ਆਉਂਦੇ ਹੀ ਸੌ ਜਾਂਦੀ ਹੈ ਤੇ ਮੈਂ ਆਪਣੇ ਭਾਈ ਨੂੰ ਤਾਂ ਸਬਕ ਸਿਖਾ ਕੇ ਰਹੂੰਗੀ। ਉਸ ਨੂੰ ਲੱਗਦਾ ਹੈ ਕਿ ਕਮਰੇ ਨੂੰ ਬਾਹਰ ਤੋਂ ਤਾਲਾ ਲਗਾਉਣ ਨਾਲ, ਸਿਰਫ ਮੋਬਾਈਲ ਖੋਹਣ ਨਾਲ ਮੈਂ ਉਸ ਦੀ ਹਰ ਗੱਲ ਮੰਨੂੰਗੀ, ਪਰ ਇਹ ਉਸ ਦੀ ਭੁੱਲ ਹੈ। ਉਹ ਤਾਂ ਇਹ ਵੀ ਨਹੀਂ ਜਾਣਦਾ ਕਿ ਮੈਂ 1 ਸਾਲ ਤੋਂ ਅੰਨੀ ਹੋਣ ਦਾ ਨਾਟਕ ਕਰ ਰਹੀ ਹਾਂ। ਜੇ ਉਸ ਨੂੰ ਜਰਾ ਵੀ ਭਣਕ ਪੈ ਜਾਂਦੀ ਤਾਂ ਉਹ ਮੈਨੂੰ ਮਾਰ ਦਿੰਦਾ। ਉਸ ਨੂੰ ਇਹੀ ਲੱਗਦਾ ਹੈ ਕਿ ਇਸ ਹਾਦਸੇ ਦੀ ਵਜ੍ਹਾ ਨਾਲ ਮੇਰੀਆਂ ਅੱਖਾਂ ਚਲੀਆਂ ਗਈਆਂ। ਇਹ ਸਭ ਸੁਣਿਆ ਸੀ ਕਿ ਮੈਂ ਹੋਰ ਹੈਰਾਨੀ ਵਿੱਚ ਪੈ ਗਈ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਪਿਛਲੇ 1 ਸਾਲ ਤੋਂ ਮੇਰੀ ਨਨਾਣ ਅੰਨੀ ਹੋਣ ਦਾ ਨਾਟਕ ਕਰਕੇ ਸਾਰੇ ਘਰ ਵਾਲਿਆਂ ਨੂੰ ਬੇਵਕੂਫ ਬਣਾ ਰਹੀ ਸੀ ਤੇ ਸਾਰਿਆਂ ਦੀ ਹਮਦਰਦੀ ਬਟੋ ਰਹੀ ਸੀ। ਪਹਿਲਾਂ ਮੈਨੂੰ ਸ਼ੱਕ ਸੀ ਕਿ ਮੇਰੀ ਨਨਾਣ, ਮੇਰਾ ਪਤੀ ਤੇ ਮੇਰੀ ਸੱਸ ਕੋਈ ਨਾ ਕੋਈ ਗੁੱਲ ਖਿਲਾ ਰਹੇ ਹਨ ਤੇ ਸਾਰੇ ਘਰ ਵਾਲੇ ਮਿਲੇ ਹੋਏ ਹਨ। ਪਰ ਆਪਣੀ ਨਨਾਣ ਦੀ ਇਸ ਗੱਲ ਨੂੰ ਸੁਣ ਕੇ ਮੈਨੂੰ ਅੰਦਾਜ਼ਾ ਹੋਇਆ ਕਿ ਇਹ ਕੁੜੀ ਸਭ ਨੂੰ ਆਪਣੀਆਂ ਉਂਗਲਾਂ ਤੇ ਨਚਾ ਰਹੀ ਹੈ ਤੇ ਸਾਰੇ ਘਰ ਵਾਲੇ ਇਸ ਦੀਆਂ ਗੱਲਾਂ ਵਿੱਚ ਆ ਗਏ। ਮੇਰਾ ਦਿਲ ਕਰ ਰਿਹਾ ਸੀ
ਮੈਂ ਇਸ ਸਮੇਂ ਉੱਠਾਂ ਤੇ ਸ਼ੋਰ ਮਚਾ ਦੇਵਾਂ, ਸਾਰੇ ਘਰ ਵਾਲਿਆਂ ਨੂੰ ਇਸ ਦਾ ਸੱਚ ਦੱਸ ਦੇਵਾਂ। ਪਤਾ ਨਹੀਂ ਕਿਉਂ ਫਿਰ ਕੁਝ ਸੋਚ ਕੇ ਮੈਂ ਚੁੱਪ ਰਹੀ। ਸ਼ਾਇਦ ਸਹੀ ਸਮਾਂ ਨਹੀਂ ਸੀ। ਜੋ ਕੁੜੀ ਇੰਨੇ ਸਮੇਂ ਤੋਂ ਸਾਰੇ ਘਰ ਵਾਲਿਆਂ ਨੂੰ ਬੇਵਕੂਫ ਬਣਾ ਰਹੀ ਸੀ, ਉਹ ਕੁਝ ਵੀ ਕਰ ਸਕਦੀ ਸੀ। ਮੈਂ ਬਗੈਰ ਕਿਸੇ ਸਬੂਤ ਦੇ ਉਹਨਾਂ ਤੇ ਇਲਜ਼ਾਮ ਨਹੀਂ ਲਗਾ ਸਕਦੀ ਸੀ ਤੇ ਹੋ ਸਕਦਾ ਸੀ ਉਹ ਸਾਰਾ ਇਲਜ਼ਾਮ ਮੇਰੇ ਤੇ ਹੀ ਸੁੱਟ ਦਿੰਦੀ। ਉਸ ਬਾਰੇ ਮੈਂ ਆਪਣੇ ਪਤੀ ਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ। ਮੇਰੇ ਪਤੀ ਨੂੰ ਇਹੀ ਲੱਗਦਾ ਕਿ ਉਸ ਦੀ ਭੈਣ ਬੇਗੁਨਾਹ ਹੈ ਤੇ ਮੈਂ ਜ਼ਾਲਿਮ ਭਾਬੀ ਬਣ ਕੇ ਉਸ ਦੀ ਭੈਣ ਦੇ ਨਾਲ ਦੁਸ਼ਮਣੀ ਕੱਢ ਰਹੀ ਹਾਂ, ਕਿਉਂਕਿ ਨਨਾਣ ਭਾਬੀ ਦਾ ਰਿਸ਼ਤਾ ਹੀ ਇੰਨਾ ਕੜਵਾ ਹੁੰਦਾ ਹੈ। ਮੈਂ ਬਗੈਰ ਕਿਸੇ ਸਬੂਤ ਦੇ ਆਪਣੇ ਪਤੀ ਨੂੰ ਕੁਝ ਵੀ ਨਹੀਂ ਦੱਸ ਸਕਦੀ ਸੀ। ਇਸ ਲਈ ਮੈਂ ਚੰਗਾ ਇਹੀ ਸਮਝਿਆ ਕਿ ਇਸ ਤਰ੍ਹਾਂ ਸੌਣ ਦਾ ਨਾਟਕ ਕਰਦੀ ਰਹਾਂ। ਮੇਰੀ ਨਨਾਣ ਕਾਫੀ ਦੇਰ ਤੱਕ ਉਸ ਮੁੰਡੇ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਤੇ ਉਸ ਨੂੰ ਬਾਰ-ਬਾਰ ਘਰ ਆਉਣ ਨੂੰ ਕਹਿੰਦੀ ਰਹੀ। ਮੁੰਡਾ ਸ਼ਾਇਦ ਅੱਗੇ ਤੋਂ ਡਰਿਆ ਹੋਇਆ ਸੀ। ਉਹ ਇਸ ਤਰ੍ਹਾਂ ਰਾਤ ਦੇ ਹਨੇਰੇ ਵਿੱਚ ਘਰ ਦੇ ਅੰਦਰ ਨਹੀਂ ਆਉਣਾ ਚਾਹੁੰਦਾ ਸੀ, ਕਿਉਂਕਿ ਉਸ ਨੂੰ ਫੜੇ ਜਾਣ ਦਾ ਡਰ ਸੀ। ਤੇ ਜਦੋਂ ਮੇਰੀ ਨਨਾਣ ਉਸ ਨੂੰ ਬੋਲ ਰਹੀ ਸੀ ਕਿ ਤੂੰ ਪਰੇਸ਼ਾਨ ਨਾ ਹੋ, ਮੈਂ ਸਾਰੇ ਘਰ ਵਾਲਿਆਂ ਨੂੰ ਨਸ਼ਾ ਦੇ ਕੇ ਬੇਹੋਸ਼ ਕਰ ਦਊਂਗੀ ਤੇ ਤੂੰ ਆਰਾਮ ਨਾਲ ਮੇਰੇ ਘਰ ਚੱਲੇ ਆਉਣਾ। ਕਿੰਨੇ ਸਮੇਂ ਤੋਂ ਸਾਡੀ ਮੁਲਾਕਾਤ ਨਹੀਂ ਹੋਈ। ਇਹ ਗੱਲ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਸੀ। ਬੇਵਕੂਫ ਕੁੜੀ ਕਿਵੇਂ ਰਾਤ ਦੇ ਹਨੇਰੇ ਵਿੱਚ ਸਾਰੇ ਘਰ ਵਾਲਿਆਂ ਨੂੰ ਬੇਹੋਸ਼ ਕਰਨ ਦਾ ਪਲਾਨ ਬਣਾ ਰਹੀ ਸੀ ਤੇ ਗੈਰ ਮੁੰਡੇ ਨੂੰ ਆਪਣੇ ਕਮਰੇ ਵਿੱਚ ਬੁਲਾ ਰਹੀ ਸੀ। ਅਜਿਹਾ ਲੱਗਦਾ ਸੀ ਸ਼ੈਤਾਨ ਪੂਰੀ ਤਰ੍ਹਾਂ ਨਾਲ ਇਸ ਦੇ ਦਿਮਾਗ ਤੇ ਹਾਵੀ ਹੋ ਗਿਆ ਹੈ, ਜਾਂ ਫਿਰ ਇਸ਼ਕ ਦਾ ਭੂਤ ਇਸ ਕਦਰ ਸਿਰ ਚੜ੍ਹ ਕੇ ਬੋਲਣ ਲੱਗਿਆ ਹੈ ਕਿ ਇਸ ਨੂੰ ਕੁਝ ਸਹੀ ਗਲਤ ਦਾ ਅੰਦਾਜ਼ਾ ਨਹੀਂ ਹੋ ਪਾ ਰਿਹਾ ਸੀ। ਤੇ ਮੈਂ ਇਸ ਮੁੰਡੇ ਨੂੰ ਬਗੈਰ ਦੇਖੇ ਸਮਝ ਸਕਦੀ ਸੀ ਕਿ ਉਹ ਇਸ ਨਾਲ ਸਿਰਫ ਸਮਾਂ ਗੁਜ਼ਾਰ ਰਿਹਾ ਹੈ। ਉਹ ਲੋਕ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ। ਇੱਕ ਸਮਾਂ ਆਇਆ ਕਿ ਮੇਰੀ ਨਨਾਣ ਦੀ ਆਵਾਜ਼ ਪੂਰੀ ਤਰ੍ਹਾਂ ਨਸ਼ੇ ਵਿੱਚ ਡੁੱਬੀ ਹੋਈ ਸੀ। ਮੈਨੂੰ ਉਸ ਦੀ ਗੱਲ ਸੁਣ ਕੇ ਬਹੁਤ ਸ਼ਰਮ ਆ ਰਹੀ ਸੀ। ਮੇਰੀ ਨਨਾਣ ਪੂਰੀ ਤਰ੍ਹਾਂ ਨਾਲ ਉਸ ਮੁੰਡੇ ਦੇ ਜਾਲ ਵਿੱਚ ਆ ਚੁੱਕੀ ਸੀ। ਹੁਣ ਉਸ ਦਾ ਸਿਰਫ ਇੱਕ ਹੀ ਹੱਲ ਸੀ ਕਿ ਉਸ ਦੀ ਸੱਚਾਈ ਸਾਰੇ ਘਰ ਵਾਲਿਆਂ ਦੇ ਸਾਹਮਣੇ ਆ ਜਾਂਦੀ। ਮੈਂ ਚੁੱਪਚਾਪ ਖਾਮੋਸ਼ੀ ਨਾਲ ਲੇਟੀ ਸਵੇਰ ਹੋਣ ਦਾ ਇੰਤਜ਼ਾਰ ਕਰ ਰਹੀ ਸੀ। ਇਸ ਰਾਤ ਮੈਨੂੰ ਅਹਿਸਾਸ ਹੋਇਆ ਕਿ ਰਾਤ ਇੰਨੀ ਲੰਬੀ ਹੁੰਦੀ ਹੈ ਜੋ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਜਿੰਨਾ ਮੈਨੂੰ ਸਵੇਰ ਹੋਣ ਦਾ ਇੰਤਜ਼ਾਰ ਸੀ, ਇਹ ਰਾਤ ਓਨੀ ਹੀ ਲੰਬੀ ਹੁੰਦੀ ਜਾ ਰਹੀ ਸੀ। ਅਜੀਬ ਵਹਿਮ ਮੇਰੇ ਦਿਮਾਗ ਵਿੱਚ ਆ ਰਹੇ ਸੀ। ਮੈਨੂੰ ਮੇਰੀ ਨਨਾਣ ਤੋਂ ਡਰ ਲੱਗ ਰਿਹਾ ਸੀ। ਉਹ ਬਹੁਤ ਖਤਰਨਾਕ ਕੁੜੀ ਸੀ, ਜਾਂ ਫਿਰ ਸ਼ਾਇਦ ਸਾਈਕੋ ਸੀ। ਫਿਰ ਇੰਨਾ ਤਾਂ ਮੈਂ ਵੀ ਸਮਝ ਗਈ ਸੀ ਕਿ ਇਸ ਸਭ ਦੇ ਪਿੱਛੇ ਵੀ ਜ਼ਰੂਰ ਕੁਝ ਨਾ ਕੁਝ ਗੱਲ ਹੈ, ਜੋ ਮੇਰੀ ਨਨਾਣ ਇਸ ਹਾਲਤ ਵਿੱਚ ਪਹੁੰਚ ਗਈ ਸੀ ਕਿ ਉਹ ਅੰਨੇ ਹੋਣ ਦਾ ਨਾਟਕ ਕਰਨ ਲੱਗੀ ਤੇ ਖੁਦ ਨੂੰ ਕਮਰੇ ਤੱਕ ਰੱਖਦੀ ਤੇ ਸਾਰੇ ਘਰ ਵਾਲਿਆਂ ਤੋਂ ਰਿਸ਼ਤੇ ਨਾਤੇ ਤੋੜ ਕੇ ਬੈਠੀ ਹੋਈ ਸੀ। ਸਾਰੀ ਰਾਤ ਮੈਂ ਕੰਡਿਆਂ ਤੇ ਗੁਜ਼ਾਰੀ ਸੀ, ਜਦੋਂ ਕਿ ਮੇਰੀ ਨਨਾਣ ਸਕੂਨ ਨਾਲ ਸੋ ਰਹੀ ਸੀ। ਜਿਵੇਂ ਹੀ ਮੈਂ ਦੇਖਿਆ ਕਿ ਖਿੜਕੀ ਤੋਂ ਸੂਰਜ ਉੱਗਣ ਲੱਗਿਆ ਹੈ, ਮੈਂ ਚੁੱਪਚਾਪ ਉੱਠ ਕੇ ਕਮਰੇ ਤੋਂ ਬਾਹਰ ਨਿਕਲ ਆਈ। ਜਦੋਂ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਮੇਰਾ ਪਤੀ ਵੀ ਉੱਠਿਆ ਹੋਇਆ ਸੀ। ਪਤੀ ਨੇ ਮੇਰੇ ਵੱਲ ਦੇਖਿਆ ਤੇ ਪੁੱਛਿਆ, ਕੀ ਹੋਇਆ, ਤੂੰ ਠੀਕ ਹੈ? ਪਰੇਸ਼ਾਨ ਜਿਹੀ ਲੱਗ ਰਹੀ ਹੈ। ਪਰ ਮੈਂ ਉਸ ਨੂੰ ਕੁਝ ਵੀ ਨਹੀਂ ਦੱਸ ਸਕਦੀ ਸੀ। ਮੈਂ ਬਸ ਇੰਨਾ ਕਿਹਾ ਕਿ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਮੇਰਾ ਪਤੀ ਉੱਠ ਕੇ ਬਾਹਰ ਚਲਾ ਗਿਆ ਤੇ ਮੈਂ ਇਸ ਮਾਮਲੇ ਬਾਰੇ ਸੋਚ ਰਹੀ ਸੀ ਕਿ ਕਿਸ ਤਰ੍ਹਾਂ ਆਪਣੀ ਨਨਾਣ ਦੀ ਹਕੀਕਤ ਆਪਣੇ ਪਤੀ ਤੇ ਸੱਸ ਦੇ ਸਾਹਮਣੇ ਲਿਆਵਾਂ। ਉਸ ਸਮੇਂ ਮੇਰੇ ਦਿਮਾਗ ਵਿੱਚ ਬਸ ਇੱਕ ਹੀ ਆਈਡੀਆ ਆਇਆ ਸੀ। ਅਗਲੀ ਰਾਤ ਜਦੋਂ ਮੈਂ ਆਪਣੀ ਨਨਾਣ ਦੇ ਕਮਰੇ ਵਿੱਚ ਸੌਣ ਦਾ ਨਾਟਕ ਕੀਤਾ ਤਾਂ ਮੈਂ ਆਪਣਾ ਮੋਬਾਈਲ ਆਪਣੀ ਨਨਾਣ ਤੋਂ ਲੁਕਾ ਕੇ ਅਜਿਹੀ ਥਾਂ ਤੇ ਰੱਖਿਆ ਕਿ ਜਿਸ ਨਾਲ ਸਾਰਾ ਕਮਰਾ ਨਜ਼ਰ ਆਉਂਦਾ। ਮੇਰੀ ਨਨਾਣ ਹੁਣ ਬੇਫਿਕਰ ਹੋ ਕੇ ਕਮਰੇ ਵਿੱਚ ਘੁੰਮਦੀ ਫਿਰਦੀ ਸੀ, ਫੋਨ ਤੇ ਗੱਲ ਕਰਦੀ ਸੀ। ਮੈਂ ਆਪਣੇ ਪਤੀ ਨੂੰ ਆਪਣੀ ਨਨਾਣ ਬਾਰੇ ਸਭ ਕੁਝ ਦੱਸ ਦਿੱਤਾ। ਮੇਰਾ ਪਤੀ ਗੁੱਸੇ ਨਾਲ ਮੈਨੂੰ ਦੇਖਣ ਲੱਗਿਆ। ਉਸ ਨੂੰ ਇਸ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ ਸੀ ਤੇ ਉਸਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਰੋਜ਼ ਆਪਣੀ ਭੈਣ ਦੀ ਮਾਲਿਸ਼ ਕਰਨ ਦੇ ਲਈ ਭੇਜਦਾ ਹਾਂ ਤਾਂ ਤੈਨੂੰ ਬੁਰਾ ਲੱਗਦਾ ਹੈ ਤੇ ਤੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਇਸ ਵਜ੍ਹਾ ਨਾਲ ਤੂੰ ਇਹ ਬਹਾਨੇ ਬਣਾ ਰਹੀ ਹੈ। ਤੂੰ ਚਾਹੇ ਤਾਂ ਉਸਦੇ ਕਮਰੇ ਵਿੱਚ ਨਾ ਜਾ। ਮੈਂ ਜਾਣਦੀ ਸੀ ਮੇਰਾ ਪਤੀ ਇੰਨੀ ਜਲਦੀ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰੇਗਾ। ਇਸ ਲਈ ਮੈਂ ਆਪਣੇ ਪਤੀ ਨੂੰ ਉਹ ਵੀਡੀਓ ਦਿਖਾਈ। ਜਿਵੇਂ ਜਿਵੇਂ ਉਹ ਉਸ ਨੂੰ ਦੇਖਦਾ ਗਿਆ, ਉਸਦੇ ਚਿਹਰੇ ਦੇ ਰੰਗ ਬਦਲਣ ਲੱਗੇ। ਗੁੱਸੇ ਤੋਂ ਜ਼ਿਆਦਾ ਉਸਦੇ ਚਿਹਰੇ ਤੇ ਦੁੱਖ ਤੇ ਤਕਲੀਫ ਦਿਖਣ ਲੱਗੀ। ਹਾਲਾਂਕਿ ਮੈਂ ਆਪਣੇ ਪਤੀ ਨੂੰ ਦੁਖੀ ਨਹੀਂ ਦੇਖ ਸਕਦੀ ਸੀ, ਪਰ ਸੱਚ ਵੀ ਉਸਦੇ ਸਾਹਮਣੇ ਲਿਆਉਣਾ ਜ਼ਰੂਰੀ ਸੀ। ਇਸ ਤੋਂ ਪਹਿਲਾਂ ਕਿ ਮੇਰੀ ਨਨਾਣ ਕੋਈ ਗੁਲ ਖਿਲਾਉਂਦੀ, ਮੇਰੇ ਪਤੀ ਨੇ ਬਹੁਤ ਵਾਰ ਉਸ ਨੂੰ ਡਾਕਟਰ ਕੋਲ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਨਨਾਣ ਇਲਾਜ ਲਈ ਬਿਲਕੁਲ ਵੀ ਤਿਆਰ ਨਹੀਂ ਹੋ ਰਹੀ ਸੀ। ਇਸ ਦਾ ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ ਸੀ। ਉਸ ਦੇ ਬਾਅਦ ਉਸਨੇ ਇਹੀ ਕਿਹਾ ਕਿ ਮੈਨੂੰ ਦਿਖਾਈ ਨਹੀਂ ਦੇ ਰਿਹਾ। ਜਦੋਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਸ ਦੀਆਂ ਅੱਖਾਂ ਚਲੀਆਂ ਗਈਆਂ ਹਨ। ਸ਼ਾਇਦ ਡਾਕਟਰ ਨੂੰ ਵੀ ਮੇਰੀ ਨਨਾਣ ਨੇ ਪੈਸੇ ਵਗੈਰਾ ਦੇ ਕੇ ਇਸ ਗੱਲ ਲਈ ਤਿਆਰ ਕੀਤਾ ਸੀ। ਮੇਰਾ ਪਤੀ ਆਪਣੀ ਮਾਂ ਦੇ ਕੋਲ ਗਿਆ
ਤੇ ਉਸ ਨੂੰ ਇਹ ਸਾਰੀ ਵੀਡੀਓ ਦਿਖਾਈ ਤੇ ਸਾਰੀ ਸੱਚਾਈ ਦੱਸੀ। ਮੇਰੀ ਸੱਸ ਵੀ ਸਦਮੇ ਵਿੱਚ ਆ ਗਈ। ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਦੀ ਕੁੜੀ ਅਜਿਹੀ ਹਰਕਤ ਕਰ ਸਕਦੀ ਹੈ। ਉਸ ਸਮੇਂ ਮੇਰੀ ਸੱਸ ਨੇ ਮੈਨੂੰ ਦੱਸਿਆ ਕਿ ਮੇਰੀ ਕੁੜੀ ਦੀਆਂ ਹਰਕਤਾਂ ਸਹੀ ਨਹੀਂ ਸੀ। ਇਸ ਦਾ ਮੁੰਡਿਆਂ ਨਾਲ ਮਿਲਣਾ ਸੀ। ਉਹ ਕੁਝ ਅਜੀਬ ਕਿਸਮ ਦੀ ਕੁੜੀ ਸੀ ਤੇ ਕੁਝ ਕਾਲਜ ਵਿੱਚ ਬੁਰੀ ਸੰਗਤ ਦਾ ਅਸਰ ਸੀ, ਜਿਸ ਦੀ ਵਜ੍ਹਾ ਨਾਲ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਸੀ। ਮੈਂ ਤੇ ਉਸ ਦੇ ਭਰਾ ਨੇ ਉਸ ਦੇ ਨਾਲ ਬਹੁਤ ਜ਼ਿਆਦਾ ਸਖਤੀ ਕੀਤੀ। ਉਸ ਦਾ ਕਾਲਜ ਬੰਦ ਕਰਵਾ ਦਿੱਤਾ। ਇਸ ਤੋਂ ਫੋਨ ਖੋਲਿਆ ਕਿਉਂਕਿ ਇਸ ਦੀਆਂ ਅਜਿਹੀਆਂ ਹਰਕਤਾਂ ਨਾਲ ਅਸੀਂ ਲੋਕ ਡਰਦੇ ਸੀ। ਸਾਡਾ ਉਸ ਨੂੰ ਸਮਝਾਉਣਾ ਬਹੁਤ ਜ਼ਿਆਦਾ ਬੁਰਾ ਲੱਗਦਾ ਸੀ ਤੇ ਜਦੋਂ ਇਸ ਹਾਦਸੇ ਬਾਰੇ ਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਤਾਂ ਬਸ ਉਹ ਇੱਕ ਕਮਰੇ ਵਿੱਚ ਕੈਦ ਹੋ ਕੇ ਰਹਿ ਗਈ। ਫਿਰ ਇੱਕ ਦੋ ਵਾਰ ਮੈਂ ਤੇ ਇਸ ਦੇ ਭਰਾ ਨੇ ਇਸ ਨੂੰ ਕਮਰੇ ਤੋਂ ਬਾਹਰ ਨਿਕਲਦੇ ਹੋਏ ਦੇਖਿਆ। ਅਕਸਰ ਉਹ ਅੱਧੀ ਰਾਤ ਨੂੰ ਕਮਰੇ ਤੋਂ ਬਾਹਰ ਨਿਕਲਦੀ ਸੀ ਤੇ ਇੱਕ ਵਾਰ ਤਾਂ ਅਸੀਂ ਇਸ ਨੂੰ ਘਰ ਤੋਂ ਬਾਹਰ ਜਾਂਦੇ ਹੋਏ ਦੇਖਿਆ ਤਾਂ ਤੁਰੰਤ ਉਸ ਨੂੰ ਫੜ ਲਿਆ। ਉਸ ਸਮੇਂ ਅਹਿਸਾਸ ਹੋਇਆ ਕਿ ਇਸ ਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਵੀ ਹੋ ਗਈ ਹੈ ਤੇ ਅਸੀਂ ਇਸ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਲੱਗੇ ਤੇ ਇਸ ਦੇ ਦਰਵਾਜ਼ੇ ਨੂੰ ਤਾਲਾ ਲਗਾਉਂਦੇ ਸੀ ਤਾਂ ਕਿ ਉਹ ਰਾਤ ਨੂੰ ਉੱਠ ਕੇ ਕਿਤੇ ਬਾਹਰ ਨਾ ਚਲੀ ਜਾਵੇ। ਹੁਣ ਸਮਝ ਆਇਆ ਉਹ ਸਭ ਵੀ ਨਾਟਕ ਸੀ। ਮੇਰੀ ਸੱਸ ਤੇ ਮੇਰੇ ਪਤੀ ਨੇ ਮੇਰੀ ਨਨਾਣ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਦੀ ਸਾਰੀ ਹਕੀਕਤ ਪਤਾ ਚੱਲ ਚੁੱਕੀ ਹੈ। ਉਸ ਸਮੇਂ ਵੀ ਮੇਰੀ ਨਨਾਣ ਨੂੰ ਕਿਸੇ ਕਿਸਮ ਦੀ ਸ਼ਰਮਿੰਦਗੀ ਨਹੀਂ ਹੋਈ। ਉਹ ਬੋਲੀ, ਤੁਸੀਂ ਲੋਕਾਂ ਨੇ ਮੇਰੇ ਤੇ ਇੰਨੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਮੇਰੇ ਤੋਂ ਮੇਰਾ ਫੋਨ ਵੀ ਖੋਲਿਆ, ਮੇਰਾ ਬਾਹਰ ਨਿਕਲਣਾ ਬੰਦ ਕਰ ਦਿੱਤਾ, ਮੇਰਾ ਕਾਲਜ ਬੰਦ ਕਰ ਦਿੱਤਾ। ਇਸ ਵਜ੍ਹਾ ਨਾਲ ਮੈਂ ਬਾਗੀ ਹੋ ਗਈ ਹਾਂ ਤੇ ਅਜਿਹੀਆਂ ਹਰਕਤਾਂ ਕਰਨ ਲੱਗੀ ਹਾਂ ਤਾਂ ਕਿ ਮੈਂ ਤੁਹਾਡੇ ਲੋਕਾਂ ਨੂੰ ਵੀ ਉਹੀ ਤਕਲੀਫ ਦੇਵਾਂ ਜਿਸ ਤਕਲੀਫ ਤੋਂ ਮੈਂ ਗੁਜ਼ਰ ਰਹੀ ਸੀ। ਪਰ ਭਾਬੀ ਦੀ ਵਜ੍ਹਾ ਨਾਲ ਮੇਰੀ ਸੱਚਾਈ ਤੁਹਾਡੇ ਲੋਕਾਂ ਦੇ ਸਾਹਮਣੇ ਆਈ, ਨਹੀਂ ਤਾਂ ਮੈਂ ਇਸ ਮੁੰਡੇ ਨਾਲ ਭੱਜਣ ਵਾਲੀ ਸੀ। ਉਹ ਬੇਸ਼ਰਮੀ ਨਾਲ ਬੋਲ ਰਹੀ ਸੀ। ਮੇਰੇ ਪਤੀ ਨੂੰ ਆਪਣੀ ਭੈਣ ਦੀਆਂ ਗੱਲਾਂ ਸੁਣ ਕੇ ਬਹੁਤ ਬੁਰਾ ਲੱਗਿਆ ਕਿਉਂਕਿ ਇੱਕ ਭਰਾ ਦੇ ਸਾਹਮਣੇ ਜੇ ਉਹ ਅਜਿਹੀ ਗੱਲ ਕਰੇ ਤਾਂ ਉਸ ਭਰਾ ਤੇ ਕੀ ਬੀਤਦੀ ਹੋਵੇਗੀ। ਮੇਰੇ ਪਤੀ ਨੇ ਆਪਣੀ ਭੈਣ ਨੂੰ ਕੁਝ ਨਹੀਂ ਕਿਹਾ, ਨਾ ਜ਼ਿਆਦਾ ਗੁੱਸਾ ਕੀਤਾ, ਨਾ ਹੀ ਉਸ ਤੇ ਹੱਥ ਉਠਾਇਆ। ਚੁੱਪਚਾਪ ਇਸ ਮੁੰਡੇ ਦਾ ਨੰਬਰ ਲਿਆ ਤੇ ਉਸ ਮੁੰਡੇ ਨੂੰ ਮਿਲਿਆ ਤੇ ਉਸ ਦੇ ਘਰ ਵਾਲਿਆਂ ਨਾਲ ਗੱਲ ਕੀਤੀ ਤੇ ਉਹਨਾਂ ਦੋਵਾਂ ਦਾ ਵਿਆਹ ਕਰਵਾ ਦਿੱਤਾ ਕਿਉਂਕਿ ਮੇਰਾ ਪਤੀ ਆਪਣੀ ਭੈਣ ਨੂੰ ਇਸ ਘਰ ਵਿੱਚ ਰੱਖਣ ਨੂੰ ਤਿਆਰ ਨਹੀਂ ਸੀ। ਉਸ ਨੂੰ ਇਸ ਗੱਲ ਦਾ ਡਰ ਸੀ ਕਿ ਉਸ ਦੀ ਭੈਣ ਕੋਈ ਨਾ ਕੋਈ ਗਲਤ ਕਦਮ ਉਠਾਵੇਗੀ ਕਿਉਂਕਿ ਉਹ ਬਾਗੀ ਹੋ ਗਈ ਸੀ। ਇਸ ਨੂੰ ਜਿੰਨਾ ਵੀ ਰੋਕਿਆ ਜਾਂਦਾ ਉਸ ਨਾਲ ਕੋਈ ਫਾਇਦਾ ਨਹੀਂ ਸੀ। ਮੇਰਾ ਪਤੀ ਮੇਰਾ ਬਹੁਤ ਸ਼ੁਕਰਗੁਜ਼ਾਰ ਸੀ ਕਿ ਮੈਂ ਸਾਰੀ ਸੱਚਾਈ ਉਹਨਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਸੀ। ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਮੇਰੇ ਸਹੁਰੇ ਵਾਲਿਆਂ ਨੇ ਮੇਰੀ ਨਨਾਣ ਨਾਲ ਜੋ ਕੀਤਾ ਉਹ ਸਹੀ ਨਹੀਂ ਸੀ ਜਾਂ ਫਿਰ ਮੇਰੀ ਨਨਾਣ ਸਹੀ ਸੀ ਤੇ ਮੇਰੇ ਪਤੀ ਨੇ ਜੋ ਫੈਸਲਾ ਲਿਆ ਉਹ ਲੈਣਾ ਸਹੀ ਸੀ ਜਾਂ ਗਲਤ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।